हेलो एवरीवन, वेलकम टू माय चैनल। आज ਆਪਾਂ ਕਰਨ ਜਾ ਰਹੇ ਹਾਂ ਪੋਲਿਟੀ MCQ सीरीज़ का पार्ट नंबर 4। चलो देखते हैं आज का फर्स्ट क्वेश्चन नंबर 1। विच ऑफ द फॉलोइंग आर द salient features of Indian Constitution? Option A, it is the lengthiest written constitution. Option B, it has unitary system with federal bias. Option C, it has integrated and independent judiciary. देखो ऑप्शन नंबर ए कह रही है इट इज़ द लेंथीएस्ट रिटन कॉन्स्टिट्यूशन। ये बिल्कुल सही है। इंडियन कॉन्स्टिट्यूशन की है, रिटन कॉन्स्टिट्यूशन है और ये लेंथी भी है। सेकंड ऑप्शन, इट हैज़ यूनिटरी सिस्टम विद फेडरल बायस। दिस इज़ रॉन्ग। ए की है, ए उल्टा आ। इट हैज़ फेडरल सिस्टम विद यूनिटरी बायस, ये ध्यान विच रखना है। ऑप्शन सी है, इट हैज़ इंटीग्रेटेड एंड इंडिपेंडेंट जुडिशरी। ये स्टेटमेंट बिल्कुल करैक्ट है। ਜਿਹੜਾ ਆਪਣਾ ਜੁਡੀਸ਼ੀਅਲ ਸਿਸਟਮ ਹੈ ਉਹ ਇੰਟੀਗ੍ਰੇਟਡ ਹੈ। ਇੰਟੀਗ੍ਰੇਟਡ ਕਿਵੇਂ ਹੈ ਕਿ ਸਭ ਤੋਂ ਉੱਪਰ ਕੀ ਹੈ, ਸੁਪਰੀਮ ਕੋਰਟਸ ਨੇ, ਉਸ ਤੋਂ ਨੀਚੇ ਕੀ ਹੈ, ਹਾਈ ਕੋਰਟਸ ਨੇ, ਹਾਈ ਕੋਰਟਸ ਤੋਂ ਨੀਚੇ ਫਰਦਰ ਡਿਸਟ੍ਰਿਕਟ ਕੋਰਟਸ ਨੇ ਔਰ ਡਿਸਟ੍ਰਿਕਟ ਕੋਰਟਸ ਦੇ ਨੀਚੇ ਫਰਦਰ ਸਬੋਰਡੀਨੇਟ ਕੋਰਟਸ ਨੇ। ਸਭ ਤੋਂ ਟੌਪ 'ਤੇ ਕੀ ਹੈ, ਸੁਪਰੀਮ ਕੋਰਟ, ਦੈਨ ਹਾਈ ਕੋਰਟ, ਦੈਨ ਡਿਸਟ੍ਰਿਕਟ ਕੋਰਟਸ ਐਂਡ ਦੈਨ ਸਬੋਰਡੀਨੇਟ ਕੋਰਟਸ। ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਇਸ ਤਰ੍ਹਾਂ ਇੰਟੀਗ੍ਰੇਟਡ ਹੈ। ਲੇਕਿਨ ਜਿਹੜਾ ਆਪਣਾ ਜੁਡੀਸ਼ੀਅਲ ਸਿਸਟਮ ਹੈ ਉਹ ਇੰਡੀਪੈਂਡੈਂਟ ਵੀ ਹੈ। ਇੰਡੀਪੈਂਡੈਂਟ ਕਿਵੇਂ ਹੈ ਕਿ ਜਿਹੜੇ ਜੱਜਸ ਨੇ ਉਹਨਾਂ ਨੂੰ ਸਿਕਿਉਰਿਟੀ ਆਫ ਟੈਨਿਓਰ ਮਿਲਿਆ ਹੋਇਆ ਹੈ। ਇਹਦਾ ਕੀ ਮਤਲਬ ਹੈ ਕਿ ਜੇ ਕਿਸੇ ਵੀ ਕੋਰਟ ਦੇ ਜੱਜ ਨੂੰ ਹਟਾਉਣਾ ਆ, ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣਾ ਆ ਜਾਂ ਹਾਈ ਕੋਰਟ ਦੇ ਜੱਜ ਨੂੰ ਹਟਾਉਣਾ ਆ, ਤਾਂ ਉਹ ਇੰਨਾ ਈਜ਼ੀ ਟਾਸਕ ਨਹੀਂ ਹੈ। ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ। ਆਪਾਂ ਸਿੰਪਲੀ ਕੋਈ ਮੋਸ਼ਨ ਪਾਸ ਕਰਕੇ ਇਹਨਾਂ ਨੂੰ ਨਹੀਂ ਹਟਾਇਆ ਜਾ ਸਕਦਾ। ਪਾਰਲੀਮੈਂਟ ਸਿੰਪਲੀ ਇੱਕ ਮੋਸ਼ਨ ਪਾਸ ਕਰਕੇ ਜੱਜ ਨੂੰ ਨਹੀਂ ਹਟਾ ਸਕਦੀ। ਇਹ ਕੀ ਹੈ, ਇੱਕ ਫੀਚਰ ਹੈ ਇੰਡੀਪੈਂਡੈਂਟ ਜੁਡੀਸ਼ਰੀ ਦਾ। ਐਵੇਂ ਹੋਰ ਬਹੁਤ ਸਾਰੇ ਫੀਚਰ ਨੇ ਇੰਡੀਪੈਂਡੈਂਟ ਜੁਡੀਸ਼ਰੀ ਦੇ ਕਿ ਇਹਨਾਂ ਦੇ ਫਿਕਸਡ ਸਰਵਿਸ ਕੰਡੀਸ਼ਨਸ ਨੇ ਜੱਜਸ ਦੇ ਲਈ, ਅਤੇ ਬੈਨ ਔਨ ਪ੍ਰੈਕਟਿਸ ਆਫਟਰ ਰਿਟਾਇਰਮੈਂਟ, ਯਾਨੀ ਕਿ ਜਦੋਂ ਇਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਹ ਹੋਰ ਕਿਤੇ ਜਾ ਕੇ ਪ੍ਰੈਕਟਿਸ ਨਹੀਂ ਕਰ ਸਕਦੇ। ਇਹ ਸਾਰੇ ਜਿਹੜੇ ਫੀਚਰਸ ਨੇ ਉਹ ਇੰਡੀਪੈਂਡੈਂਟ ਜੁਡੀਸ਼ਰੀ ਨੂੰ ਕਵਰ ਕਰਦੇ ਨੇ। ਸੋ ਆਪਸ਼ਨ ਸੀ ਬਿਲਕੁਲ ਸਹੀ ਹੈ ਕਿ ਇੰਡੀਅਨ ਕੌਂਸਟੀਟਿਊਸ਼ਨ ਹੈਜ਼ ਇੰਟੀਗ੍ਰੇਟਡ ਐਂਡ ਇੰਡੀਪੈਂਡੈਂਟ ਜੁਡੀਸ਼ਰੀ। ਆਪਸ਼ਨ ਏ ਵੀ ਬਿਲਕੁਲ ਸਹੀ ਹੈ, ਇਟ ਇਜ਼ ਦ ਲੈਂਥੀਐਸਟ ਰਿਟਨ ਕੌਂਸਟੀਟਿਊਸ਼ਨ। ਸੋ ਇਸ ਦਾ ਆਂਸਰ ਹੋ ਜਾਂਦਾ ਹੈ ਆਪਸ਼ਨ ਡੀ, ਦੈਟ ਇਜ਼ ਬੋਥ ਏ ਐਂਡ ਸੀ। ਚਲਦੇ ਹਾਂ ਨੈਕਸਟ ਕੁਐਸਚਨ ਤੇ। ਚੂਜ਼ ਦ ਕਰੈਕਟ ਪੇਅਰ। ਆਪਸ਼ਨ ਏ, ਗਵਰਨਮੈਂਟ ਆਫ ਇੰਡੀਆ ਐਕਟ 1935, ਇਹਦੇ ਤੋਂ ਆਪਾਂ ਬੋਰੋ ਕੀਤਾ ਸਟਰਕਚਰ ਆਫ ਕੌਂਸਟੀਟਿਊਸ਼ਨ। ਆਪਸ਼ਨ ਬੀ, US ਤੋਂ ਆਪਾਂ ਬੋਰੋ ਕੀਤੇ ਆ ਫੰਡਾਮੈਂਟਲ ਰਾਈਟਸ। ਆਪਸ਼ਨ ਸੀ, UK ਤੋਂ ਆਪਾਂ ਬੋਰੋ ਕੀਤੇ ਆ DPSPs, ਦੈਟ ਇਜ਼ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਆਪਸ਼ਨ ਡੀ, ਬੋਥ A ਐਂਡ B ਆਰ ਕਰੈਕਟ। ਸੋ ਆਪਸ਼ਨ ਏ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਸਟਰਕਚਰ ਆਫ ਕੌਂਸਟੀਟਿਊਸ਼ਨ ਲਿਆ ਗਿਆ, ਇਹ ਬਿਲਕੁਲ ਕਰੈਕਟ ਹੈ। ਆਪਸ਼ਨ ਬੀ, ਫੰਡਾਮੈਂਟਲ ਰਾਈਟਸ ਆਪਾਂ US ਤੋਂ ਲਏ ਨੇ, ਇਹ ਬਿਲਕੁਲ ਕਰੈਕਟ ਹੈ। ਆਪਸ਼ਨ ਸੀ, ਇਹ ਰੋਂਗ ਹੈ। DPSP ਜਿਹੜੇ ਬੋਰੋ ਕੀਤੇ ਗਏ ਆ ਉਹ USSR ਤੋਂ ਬੋਰੋ ਕੀਤੇ ਗਏ ਆ, ਦੈਟ ਇਜ਼ ਰਸ਼ੀਆ ਤੋਂ ਬੋਰੋ ਕੀਤੇ ਗਏ ਆ, ਨਾ ਕਿ UK ਤੋਂ। ਇਹ ਰੋਂਗ ਹੈ। ਸੋ ਆਪਣਾ ਆਂਸਰ ਹੋ ਜਾਂਦਾ ਹੈ ਆਪਸ਼ਨ ਡੀ, ਬੋਥ A ਐਂਡ B ਆਰ ਕਰੈਕਟ। ਦੇਖਦੇ ਹਾਂ ਨੈਕਸਟ ਕੁਐਸਚਨ। Which of the following statements are correct? Option A, parliamentary system is based on principle of cooperation and coordination between the legislative and executive organs. ਇਹ ਬਿਲਕੁਲ ਕਰੈਕਟ ਹੈ। ਲੈਜਿਸਲੇਟਿਵ ਔਰਗਨ ਹੋ ਗਏ ਜਿਨ੍ਹਾਂ ਨੇ ਲਾਅ ਬਣਾਉਣਾ ਹੈ, ਐਗਜ਼ੀਕਿਊਟਿਵ ਔਰਗਨਸ ਹੋ ਗਏ ਜਿਨ੍ਹਾਂ ਨੇ ਲਾਅ ਨੂੰ ਐਗਜ਼ੀਕਿਊਟ ਕਰਨਾ ਹੈ। ਅਤੇ ਜਿਹੜਾ ਆਪਣਾ ਪਾਰਲੀਮੈਂਟਰੀ ਸਿਸਟਮ ਹੈ, ਇੰਡੀਆ ਦੇ ਵਿੱਚ ਕੀ ਹੈ, ਪਾਰਲੀਮੈਂਟਰੀ ਸਿਸਟਮ ਹੈ ਔਰ ਇਹ ਇਸੇ ਪ੍ਰਿੰਸੀਪਲ 'ਤੇ ਬੇਸਡ ਹੈ ਕਿ ਇੱਥੇ ਕੀ ਹੈ, ਕੋਆਪਰੇਸ਼ਨ ਹੈ ਅਤੇ ਕੋਆਰਡੀਨੇਸ਼ਨ ਹੈ ਲੈਜਿਸਲੇਟਿਵ ਅਤੇ ਐਗਜ਼ੈਕਟਿਵ ਔਰਗਨਸ ਦੇ ਵਿੱਚ। ਆਪਸ਼ਨ ਬੀ, ਪ੍ਰੈਜ਼ੀਡੈਂਸ਼ੀਅਲ ਸਿਸਟਮ ਇਜ਼ ਬੇਸਡ ਔਨ ਦ ਡਾਕਟਰੀਨ ਆਫ ਸੈਪਰੇਸ਼ਨ ਆਫ ਪਾਵਰਸ। ਇਹ ਪਾਰਲੀਮੈਂਟਰੀ ਸਿਸਟਮ ਦਾ ਬਿਲਕੁਲ ਆਪੋਜ਼ਿਟ ਹੈ ਕਿ ਜਿਹੜਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੋਏਗਾ ਉੱਥੇ ਕੀ ਹੈ, ਸੈਪਰੇਸ਼ਨ ਆਫ ਪਾਵਰ ਹੁੰਦੀ ਹੈ। ਇਹ ਆਪਸ਼ਨ ਵੀ ਬਿਲਕੁਲ ਕਰੈਕਟ ਹੈ। ਸੋ ਆਪਣਾ ਆਂਸਰ ਹੋ ਜਾਏਗਾ ਆਪਸ਼ਨ ਨੰਬਰ ਡੀ, ਦੈਟ ਇਜ਼ ਬੋਥ A ਐਂਡ B ਆਰ ਕਰੈਕਟ ਆਪਸ਼ਨਸ। ਦੇਖਦੇ ਹਾਂ ਨੈਕਸਟ ਕੁਐਸਚਨ। ਇਨ ਦ ਕੌਂਸਟੀਟਿਊਸ਼ਨ ਆਫ ਇੰਡੀਆ ਦ ਟਰਮ ਫੈਡਰਲ ਅਪੀਅਰਸ ਇਨ। ਫੈਡਰਲ ਟਰਮ ਕਿੱਥੇ ਯੂਜ਼ ਕੀਤੀ ਗਈ ਹੈ? ਆਪਸ਼ਨ ਏ, ਪ੍ਰੀਐਂਬਲ। ਆਪਸ਼ਨ ਬੀ, ਪਾਰਟ ਨੰਬਰ 3। ਆਪਸ਼ਨ ਸੀ, ਪਾਰਟ ਨੰਬਰ 1। ਆਪਸ਼ਨ ਡੀ, ਆਰਟੀਕਲ 368। ਪ੍ਰੀਐਂਬਲ ਦੇ ਵਿੱਚ ਫੈਡਰਲ ਟਰਮ ਯੂਜ਼ ਨਹੀਂ ਹੋਇਆ। ਪਾਰਟ ਨੰਬਰ 3 ਦੇ ਵਿੱਚ ਫੰਡਾਮੈਂਟਲ ਰਾਈਟਸ ਦਿੱਤੇ ਹੋਏ ਨੇ, ਇਹਦੇ ਵਿੱਚ ਵੀ ਕੀ ਹੈ, ਫੈਡਰਲ ਟਰਮ ਨਹੀਂ ਯੂਜ਼ ਹੁੰਦੀ।
ਆਰਟੀਕਲ 368 ਇਹ ਆਪਾਂ ਨੂੰ ਪਤਾ ਹੈ ਕਿ ਜਦੋਂ ਕੌਂਸਟੀਟਿਊਸ਼ਨ ਨੂੰ ਅਮੈਂਡਮੈਂਟ ਕਰਨੀ ਹੈ, ਕੌਂਸਟੀਟਿਊਸ਼ਨ 'ਚ ਕੋਈ ਅਮੈਂਡਮੈਂਟ ਹੋਣੀ ਹੈ ਤਾਂ ਇਹ ਆਰਟੀਕਲ ਉਹਦੇ ਨਾਲ ਡੀਲ ਕਰਦਾ ਹੈ। ਸੋ ਜਿਹੜੀ ਫੈਡਰਲ ਟਰਮ ਯੂਜ਼ ਹੋਈ ਹੈ ਉਹ ਹੁੰਦੀ ਹੈ ਪਾਰਟ ਨੰਬਰ 1 ਦੇ ਵਿੱਚ, ਜਿਹਦੇ ਵਿੱਚ ਕੀ ਕਵਰ ਹੁੰਦੇ ਨੇ ਆਰਟੀਕਲ 1 to 4। ਸੋ ਇਸ ਦਾ ਆਂਸਰ ਹੋ ਜਾਏਗਾ ਆਪਸ਼ਨ ਸੀ ਪਾਰਟ 1। देखते हैं नेक्स्ट क्वेश्चन। इंडियन फेडरल स्ट्रक्चर इज इंस्पायर्ड फ्रॉम विच कंट्री? ऑप्शन ए यूएसए, ऑप्शन बी कनाडा, ऑप्शन सी यूके, ऑप्शन डी रशिया। इसका आंसर है ऑप्शन बी कनाडा। नेक्स्ट क्वेश्चन। द फ्रेज इक्वालिटी बिफोर लॉ यूज्ड इन आर्टिकल 14 ऑफ इंडियन कॉन्स्टिट्यूशन हैज़ बीन बोरोड फ्रॉम। आर्टिकल 14 ਦੇ ਵਿੱਚ ਦੋ ਫਰੇਜ਼ ਯੂਜ਼ ਹੋਈਆਂ, ਇੱਕ ਤਾਂ ਹੋਇਆ ਇਕੁਐਲਿਟੀ ਬਿਫੋਰ ਲਾਅ ਔਰ ਦੂਸਰਾ ਹੋਇਆ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਇਹ ਕੁਐਸਚਨ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਇਹਨਾਂ ਦਾ ਮੀਨਿੰਗ ਕੀ ਹੈ। ਇਕੁਐਲਿਟੀ ਬਿਫੋਰ ਲਾਅ ਦਾ ਕੀ ਮਤਲਬ ਹੈ ਕਿ ਲਾਅ ਦੇ ਅੱਗੇ ਹਰ ਕੋਈ ਬਰਾਬਰ ਹੈ। ਇਹਦੀ ਇੱਕ ਐਗਜ਼ਾਮਪਲ ਦੇਖਦੇ ਹਾਂ ਆਪਾਂ ਕਿ ਇਕੁਐਲਿਟੀ ਬਿਫੋਰ ਲਾਅ ਕੀ ਕਹਿੰਦਾ ਕਿ ਕਿਸੇ ਨੂੰ ਵੀ ਕਿਸੇ ਟਾਈਪ ਦੀ ਕੋਈ ਪ੍ਰਿਵਿਲੇਜ ਨਹੀਂ ਦਿੱਤੀ ਜਾਊਗੀ। ਇਹਦੇ ਵਿੱਚ ਕੀ ਹੈ, ਫੋਰ ਐਗਜ਼ਾਮਪਲ ਜਿਵੇਂ ਇੱਕ 35 ਸਾਲ ਦਾ ਕੋਈ ਬੰਦਾ ਆ, ਉਹਨੇ ਕੋਈ ਕ੍ਰਾਈਮ ਕਰਤਾ ਅਤੇ ਇੱਕ ਸੇਮ ਕੀ ਹੈ ਇੱਕ 12 ਸਾਲ ਦਾ ਬੱਚਾ ਆ, ਉਹਨੇ ਉਹੀ ਸੇਮ ਕ੍ਰਾਈਮ ਕੀਤਾ ਤਾਂ ਅਕੋਰਡਿੰਗ ਟੂ ਇਕੁਐਲਿਟੀ ਬਿਫੋਰ ਲਾਅ ਦੋਨਾਂ ਨੂੰ ਜਿਹੜੀ ਪਨਿਸ਼ਮੈਂਟ ਹੋਏਗੀ ਉਹ ਸੇਮ ਮਿਲੇਗੀ, ਕਿਉਂਕਿ ਇਕੁਐਲਿਟੀ ਬਿਫੋਰ ਲਾਅ ਕੀ ਕਹਿੰਦਾ ਕਿ ਲਾਅ ਸਭ ਦੇ ਲਈ ਬਰਾਬਰ ਹੈ, ਚਾਹੇ ਉਹ ਕੋਈ ਬੱਚਾ ਹੈ, ਚਾਹੇ ਬਜ਼ੁਰਗ ਹੈ, ਚਾਹੇ ਕੋਈ ਔਰਤ ਹੈ, ਚਾਹੇ ਕੋਈ ਜੈਂਟਸ ਹੈ। ਜੇ ਕੋਈ ਲਾਅ ਨੂੰ ਤੋੜ ਰਿਹਾ ਤਾਂ ਸਭ ਨੂੰ ਸੇਮ ਪਨਿਸ਼ਮੈਂਟ ਮਿਲੇਗੀ। ਬਟ ਜਿਹੜੀ ਦੂਸਰੀ ਟਰਮ ਹੈ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਉਹਦੇ ਵਿੱਚ ਕੀ ਹੋਏਗਾ ਕਿ ਜੇ ਕੋਈ ਸੇਮ ਕ੍ਰਾਈਮ ਇੱਕ 12 ਸਾਲ ਦੇ ਬੱਚੇ ਨੇ ਕੀਤਾ ਔਰ ਸੇਮ ਕ੍ਰਾਈਮ ਕਿਸੇ 35 ਸਾਲ ਦੇ ਬੰਦੇ ਨੇ ਕੀਤਾ ਹੈਗਾ ਤਾਂ ਦੋਨਾਂ ਦੀ ਜਿਹੜੀ ਪਨਿਸ਼ਮੈਂਟ ਹੈ ਉਹਦੇ ਵਿੱਚ ਡਿਫਰੈਂਸ ਹੋਏਗਾ, ਕਿਉਂਕਿ ਇੱਥੇ ਉਹ ਕੀ ਦੇਖਿਆ ਜਾਏਗਾ ਕਿ ਜਿਹੜੇ 12 ਸਾਲ ਦਾ ਬੱਚਾ ਉਹਦੀ ਮੈਂਟੈਲਿਟੀ ਕੁਛ ਹੋਰ ਹੈ, ਉਹਨੂੰ ਸਮਝ ਨਹੀਂ ਹੈ ਇਸ ਗੱਲ ਦੀ, ਤਾਂ ਉਹਨੂੰ ਡਿਫਰੈਂਟਲੀ ਡੀਲ ਕੀਤਾ ਜਾਏਗਾ, ਉਹਨੂੰ ਵੱਖਰੇ ਤੌਰ ਦੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਦੂਸਰੇ ਪਰਸਨ ਨੂੰ ਵੱਖਰੇ ਤੌਰ ਦੀ ਪਨਿਸ਼ਮੈਂਟ ਦਿੱਤੀ ਜਾਏਗੀ। ਹੋਪ ਕਰਦੇ ਹਾਂ ਤੁਹਾਨੂੰ ਇਹ ਡਿਫਰੈਂਸ ਕਲੀਅਰ ਹੋ ਗਿਆ ਹੋਏਗਾ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਇਹ ਫਰੇਜ਼ ਹੈ ਇਕੁਐਲਿਟੀ ਬਿਫੋਰ ਲਾਅ, ਜਿਹੜੀ ਕਿ ਆਰਟੀਕਲ 14 ਦੇ ਵਿੱਚ ਯੂਜ਼ ਹੋਈ ਹੈ, ਕਿੱਥੋਂ ਬੋਰੋ ਕੀਤੀ ਗਈ ਹੈ? ਆਪਸ਼ਨ ਏ ਬ੍ਰਿਟੇਨ, ਆਪਸ਼ਨ ਬੀ USA, ਆਪਸ਼ਨ ਸੀ ਕੈਨੇਡਾ, ਆਪਸ਼ਨ ਡੀ ਰਸ਼ੀਆ। ਇਹਦਾ ਆਨਸਰ ਹੈ ਆਪਸ਼ਨ ਏ ਬ੍ਰਿਟੇਨ। ਔਰ ਦੂਸਰੀ ਜਿਹੜੀ ਟਰਮ ਹੈ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਉਹ ਜਿਹੜੀ ਬੋਰੋ ਕੀਤੀ ਗਈ ਹੈ ਉਹ ਅਮੈਰੀਕਨ ਕੌਂਸਟੀਟਿਊਸ਼ਨ ਤੋਂ ਬੋਰੋ ਕੀਤੀ ਗਈ ਹੈ। Next, Indian Constitution is option A federal, option B unitary, option C quasi-federal, option D presidential. So is the answer है option C quasi-federal. Next question, choose the correct statement. Option A, Indian Constitution provide for single citizenship for whole of India. ਇਹ ਬਿਲਕੁਲ ਕਰੈਕਟ ਹੈ। ਆਪਣੇ ਇੱਥੇ ਕੀ ਹੈ ਸਿੰਗਲ ਸਿਟੀਜ਼ਨਸ਼ਿਪ ਹੈ, ਯਾਨੀ ਕਿ ਆਪਾਂ ਆਪਣੇ ਕੋਲ ਇੰਡੀਆ ਦੀ ਸਿਟੀਜ਼ਨਸ਼ਿਪ ਹੈ। ਸਟੇਟ ਵਾਈਜ਼ ਆਪਣੇ ਕੋਲ ਇੱਦਾਂ ਕੋਈ ਨਹੀਂ ਹੁੰਦਾ ਕਿ ਪੰਜਾਬ ਸਟੇਟ ਦੀ ਅਲੱਗ ਸਿਟੀਜ਼ਨਸ਼ਿਪ ਲੈਣੀ ਪਏਗੀ, ਹਰਿਆਣਾ ਸਟੇਟ ਦੀ ਅਲੱਗ ਸਿਟੀਜ਼ਨਸ਼ਿਪ ਲੈਣੀ ਪਏਗੀ, ਨਹੀਂ, ਆਪਣੇ ਕੋਲ ਸਿਟੀਜ਼ਨਸ਼ਿਪ ਕੀ ਹੈ ਸਿੰਗਲ ਸਿਟੀਜ਼ਨਸ਼ਿਪ ਹੈ, ਦੈਟ ਇਜ਼ ਇੰਡੀਆ ਦੀ ਸਿਟੀਜ਼ਨਸ਼ਿਪ ਹੈ। ਆਪਸ਼ਨ ਬੀ ਸਟ੍ਰਿਕਟਲੀ ਫੈਡਰਲ ਫਾਰਮ ਆਫ ਗਵਰਨਮੈਂਟ, ਇਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਫੈਡਰਲ ਵੀ ਹੈ ਔਰ यूनिटरी भी है, दोनों है, स्ट्रिक्टली फैडरल नहीं है, इस करके ए ऑप्शन की है रॉन्ग हो गया। ऑप्शन सी कॉन्स्टिट्यूशन इज़ यूनीक ब्लैंड ऑफ रिजिडिटी एंड फ्लैक्सीबिलिटी, ये आप लास्ट वीडियो के डिस्कस किया हुआ है कि जो इंडियन कॉन्स्टिट्यूशन है वो ब्लैंड है रिजिडिटी का तो फ्लैक्सीबिलिटी का। रिजिडिटी किवें कि कुछ प्रोविजन एवें ने कि जिन्होंने चेंज करने लिए आपां अमेंडमेंट करनी पैंदी, आप सिंपल मेजोरिटी के नाल उन्होंने चेंज नहीं कर सकते। फ्लैक्सीबिलिटी की है कि कुछ लॉज बनाने लिए कुछ चेंजिस करने लिए आपां अमेंडमेंट्स की जरूरत नहीं है, सिंपल मेजोरिटी के नाल भी की है वो हो सकता है। So option C is correct, constitution is unique blend of rigidity and flexibility. So इसका आंसर हो जाएगा option D, both A and C are correct statements। चलते हैं नेक्स्ट क्वेश्चन पे। क्वेश्चन नंबर 9, राइट टू द इंजॉयमेंट ऑफ पोल्यूशन फ्री वाटर एज इंटरप्रेटेड बाय सुप्रीम कोर्ट इन सुभाष कुमार वर्सेस स्टेट ऑफ बिहार 1991 फॉल्स अंडर, यानी कि राइट टू इंजॉय द पोल्यूशन फ्री वाटर ये किहड़े आर्टिकल के अंडर कवर होंदा है? ऑप्शन ए राइट टू इक्वैलिटी, ऑप्शन बी राइट टू लिबर्टी, ऑप्शन सी राइट अगेंस्ट एक्सप्लॉयटेशन, ऑप्शन डी राइट टू लाइफ एंड पर्सनल लिबर्टी। ये कवर हो रहा है राइट टू लाइफ,
and personal liberty. So इसका आंसर हो जाएगा ऑप्शन नंबर डी, दैट इज राइट टू लाइफ एंड पर्सनल लिबर्टी। देखते हैं नेक्स्ट क्वेश्चन। Which of the following fundamental rights includes the right to education? Option A, right to equality. Option B, right to freedom. Option C, cultural and educational rights. Option D, right to constitutional remedies. सो जिहड़ा ये राइट टू एजुकेशन है ये पार्ट है राइट टू फ्रीडम का। इसका आंसर है ऑप्शन बी, राइट टू फ्रीडम। और ये राइट टू एजुकेशन जिहड़ा ये आंदा है, ये आंदा है आर्टिकल 21A दे अंडर। जिहड़ा ये आर्टिकल 21A है ये ऐड किया गया सी 86th अमेंडमेंट एक्ट 2002 के द्वारा। ये दौरान की है कि जिहड़ी स्टेट है वो कंपलसरी तो फ्री एजुकेशन प्रोवाइड करेगी बच्चों को जिहड़े कि 6 तो लैके 14 साल की उम्र के आते हैं। सो इसका आंसर है ऑप्शन बी, राइट टू फ्रीडम। नेक्स्ट क्वेश्चन, द आइडिया ऑफ कंकरेंट लिस्ट हैज़ बीन बोरोड फ्रॉम। कंकरेंट लिस्ट का आइडिया केड़ी कंट्री तो बोरो किया गया? ऑप्शन ए USA, ऑप्शन बी स्विट्जरलैंड, ऑप्शन सी ऑस्ट्रेलिया, ऑप्शन डी USSR। इसका आंसर है ऑप्शन सी, ऑस्ट्रेलिया। नेक्स्ट क्वेश्चन, Which article of Indian Constitution provides for uniform civil code? केड़े आर्टिकल दे अंडर ये है कि सिविल कोड हर पूरी कंट्री दे विच यूनीफॉर्म होएगा? ऑप्शन ए आर्टिकल 42, ऑप्शन बी आर्टिकल 44, ऑप्शन सी आर्टिकल 46, ऑप्शन डी आर्टिकल 48। इसका आंसर है ऑप्शन बी, आर्टिकल 44। ये प्रोवाइड करता फॉर यूनीफॉर्म सिविल कोड और ये किदे अंडर आंदा है DPSP के अंदर, दैट इज़ डायरेक्टिव प्रिंसीपल ऑफ स्टेट पॉलिसी। जो आप अगे जाके ये बारे डिस्कस करांगे तो वो आर्टिकल आंदा आर्टिकल 44 विच प्रोवाइड्स फॉर यूनीफॉर्म सिविल कोड। देखते हैं अज दा नेक्स्ट क्वेश्चन, Which of the following features of federation are included in our constitution? पहला आप देख लें फेडरेशन का मतलब की है। फेडरेशन का मतलब है कि सेंटर अलग तो चल रहा है, स्टेट अलग तो चल रहा है, कि वो एक इंडिपेंडेंट बॉडीज़ की तरह वर्क कर रहे हैं। सो ਆਪਾਂ ਇਹਦੇ ਵਿੱਚ ਦੇਖਣਾ ਹੈ ਕਿ ਕਿਹੜੀਆਂ-ਕਿਹੜੀਆਂ ਫੈਡਰੇਸ਼ਨ ਦੀਆਂ ਫੀਚਰਸ ਨੇ। ऑप्शन ए कॉन्ग्रीगेशन ऑफ पावर्स, ऑप्शन बी सुपरमेसी ऑफ कॉन्स्टिट्यूशन, ऑप्शन सी इंडिपेंडेंस ऑफ जुडिशरी। सो ऑप्शन ए ये रॉन्ग हो जाता है। अगर फैडरेशन है तो उत्थे की है डिवीजन ऑफ पावर्स होएगा, ना कि कॉन्ग्रीगेशन ऑफ पावर्स होएगा। सो ऑप्शन ए की है इनकरैक्ट है। ऑप्शन बी सुपरमेसी ऑफ कॉन्स्टिट्यूशन बिल्कुल सही है, कॉन्स्टिट्यूशन ਨੂੰ ਕੀ ਹੈ ਸੁਪਰੀਮ ਮੰਨਿਆ ਜਾਂਦਾ ਹੈ ਫੈਡਰੇਸ਼ਨ ਦੇ ਵਿੱਚ। ऑप्शन सी इंडिपेंडेंस ऑफ जुडिशरी, ये भी बिल्कुल करैक्ट है। इंडिपेंडेंस ऑफ जुडिशरी किवें है आप पिछले क्वेश्चन ਦੇ ਵਿੱਚ डिस्कस कर चुके हैं। सो इस क्वेश्चन का आंसर हो जाता है ऑप्शन डी, दैट इज स्टेटमेंट बी एंड सी आर करैक्ट। नेक्स्ट क्वेश्चन, Which of the following are unitary features of Indian Constitution? Unitary features केड़ियां-केड़ियां ने? ऑप्शन ए सिंगल कॉन्स्टिट्यूशन बिल्कुल करेक्ट है। यूनिटरी फीचर है कि अपने देश का एक ही संविधान है, सिंगल कॉन्स्टिट्यूशन है। ऑप्शन बी सिंगल सिटीजनशिप, ये भी बिल्कुल करेक्ट है कि अपने एक ही सिटीजनशिप है, दो सिटीजनशिप नहीं है कि कंट्री की अलग सिटीजनशिप लैनी पेगी, स्टेट की अलग सिटीजनशिप लैनी पेगी, इस तरह नहीं है। सो ऑप्शन सी इंटीग्रेटेड जुडिशरी, ये भी बिल्कुल करैक्ट है कि टॉप तो सुप्रीम कोर्ट है, उसके सबॉर्डीनेट आ जाती है हाई कोर्ट, उसके अंडर डिस्ट्रिक्ट कोर्ट्स, दैन ਉਹਦੇ अंडर सबॉर्डीनेट कोर्ट्स एंड सो ऑन। सो ये तीनों ही फीचर्स ने यूनिटरी फीचर्स ने इंडियन कॉन्स्टिट्यूशन दे। सो इस क्वेश्चन का आंसर हो जाता है ऑप्शन डी, दैट इज़ ऑल ऑफ द अबव। अज द लास्ट क्वेश्चन देखते हैं, पार्लीमेंटरी फॉर्म ऑफ गवर्नमेंट इज़ ऑल्सो नोन एज। पार्लीमेंटरी फॉर्म ऑफ गवर्नमेंट ਨੂੰ ਹੋਰ ਕਿਹੜੇ-ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ऑप्शन ए वेस्टमिंस्टर मॉडल, ऑप्शन बी रिस्पॉन्सिबल गवर्नमेंट, ऑप्शन सी कैबिनेट गवर्नमेंट, ऑप्शन डी ऑल ऑफ द अबव। इसका आंसर है ऑप्शन डी, ऑल ऑफ द अबव। ये सी अज के क्वेश्चनस, होपफुली ਤੁਹਾਨੂੰ ਇਹ ਕਾਫੀ ਹੈਲਪਫੁਲ ਰਹਿਣਗੇ ਤੁਹਾਡੀ ਪ੍ਰੈਪਰੇਸ਼ਨ ਲਈ। अगर ਤੁਹਾਡਾ कोई भी डाउट है तो ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਪੁੱਛਣਾ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।